ਫਿਰ ਅੱਗੇ ਵੀ ਤੇ ਕਹਾਣੀ ਸੁਣਾਓ ਨਾ, ਫਿਰ ਕੀ ਹੋਇਆ? सूफी साहब अंगल चुप कौन होते म्यूट हो गया। पूरी सुनो ना। ਹੈਲੋ मैं कहा सूफी ਯਾਰ साहब ਹੈਲੋ ਭਾਈ। ਕਾਸ਼ਫ ਭਾਈ ਤੁਸੀਂ ਦੋ ਕਾਦੀਆਨੀ ਲੈ ਲੈਣੇ, ਦੋ ਕਾਦੀਆਨੀ। इकट्ठे ले लेने। तो उसको भी सिर्फ शारी शार नजर आया था पहले मुफ्ते। ਮੈਨੂੰ ਇਹ ਤੇ ਦੱਸ ਨਾ ਕਿ ਭਾਈ ਇਹ ਜਿਹੜੇ ਕੇਲੇ ਬਰਕਤ ਬੀਬੀ ਨੇ ਤੇਰੀ ਮਾਂ ਨੇ ਲਏ ਸਨ ਤੇ ਉਹ ਕਿੰਨੇ ਸਨ ਵੈਸੇ ਕੇਲੇ? मेरी माँ जड़ी वो पक्की बरेलवी है। ਉਹ ਦੱਸ ਸਹੀ, ਉਹ ਭਾਵੇਂ ਜਿਹੜੀ ਵੀ ਸੀ, ਭਾਵੇਂ ਦਿਓਬੰਦੀ ਸੀ, ਭਾਵੇਂ ਵਾਬਨ ਸੀ, ਲੇਕਿਨ ਉਹਨੇ ਕੇਲੇ ਲਏ ਕਿੰਨੇ ਸਨ? ਇਹ ਦੱਸ। ਇਹ ਜਿਹੜੀ ਬਰਕਤ ਬੀਬੀ ਨੇ ਕੇਲੇ ਲਏ ਸਨ ਮੇਰੇ ਕੋਲੋਂ, ਮੈਨੂੰ ਇਹ ਦੱਸ ਕਿ ਜਿਹੜੀ ਤੇਰੀ ਵਾਲਦਾ ਮਾਜਦਾ ਉਹਦਾ ਸੁਰਾਖ ਬੰਦ ਸੀ ਉਹ ਨਹੀਂ ਤੇ ਖੁੱਲਾ ਸੀ? ਖੁੱਲਾ ਸੀ ਨਾ। ਜੇ ਖੁੱਲਾ ਸੀ ਤੇ ਤੂੰ ਕਿਵੇਂ ਬਾਹਰ ਆਇਆ? ਹੁਣ ਇਹ ਦੱਸ, ਜੇ ਤੇਰੀ ਕੁੜੀਆਂ ਦਾ ਵੀ ਬੰਦ ਏ ਤੇ ਜਵਾਈ ਲੱਭਣਾ ਪਿਆ ਕਿ ਨਹੀਂ? ਉਹ ਚੱਲ ਦੱਸ ਤੇ ਸਹੀ ਨਾ, ਹੁਣ ਤੂੰ ਗੁੱਸਾ ਹੀ ਖਾ ਗਿਆ ਵੈਸੇ। ਤੇਰੀ ਮਾਂ ਦਾ ਤੇ ਖੁੱਲਾ ਸੀ ਨਾ ਸੁਰਾਖ, ਤੇ ਉਹ ਕਿੰਨਾ ਕੁ ਖੁੱਲਾ ਸੀ ਕਿੰਨੇ? अंगल चुप कौन होते म्यूट अंगल चुप कौन सुनो ना। ਇਹ ਦੱਸੋ ਆਪਣਾ ਮੁਫਤਾ ਜੀ। ਅੱਛਾ ਦੱਸ ਵੀ ਸਹੀ ਨਾ। नहीं एक मिनट मौला बस, एक मिनट मौला बस, ओए मौला बस, ਇਹਦੇ ਪਿੱਛੇ ਛੁਪ ਕੇ ਆਇਆ ਤੂੰ ਬੇਸ਼ਰਮ ਇਨਸਾਨ। ਮੈਂ ਤਾਂ ਤੈਨੂੰ ਬਹੁਤ ਅੱਛਾ ਆਦਮੀ ਸਮਝਦਾ ਸੀ। नहीं ਇਸ ਕੁੱਤੇ ਦੇ ਪੁੱਤਰ ਦੇ ਪਿੱਛੇ ਛੁਪ ਕੇ ਆਇਆ ਤੂੰ। मेरी गल तो सुनो ना। ਨਹੀਂ ਉਹਦੇ ਪਿੱਛੇ ਛੁਪ ਕੇ ਆਇਆ। ਸ਼ਰਮ ਆਣੀ ਚਾਹੀਦੀ ਯਾਰ ਤੁਹਾਨੂੰ ਕਾਦੀਆਨੀਓ। ਓਏ ਇੱਕ ਮਿੰਟ, ਓਏ ਕਾਦੀਆਨੀ ਨੂੰ ਮੌਲਾ ਬਸ ਕਾਦੀਆਨੀ ਦੇ ਨਾਲ ਗੱਲ ਕਰਨੀ। ਚੱਲ ਭਾਈ ਆ ਜਾ। ਦੋਵਾਂ ਦੀ ਗੁਫ਼ਤਗੂ ਨੂੰ ਮੈਂ ਅੱਛਾ ਨਹੀਂ ਸਮਝਦਾ। ਮੈਂ ਇਹ ਗੱਲ ਕਹਿਣ ਲੱਗਾ ਮੌਲਾ ਬਸ ਤੂੰ ਕੇਲੇ ਲੈਣ ਵਾਲੀ ਦਾ ਪੁੱਤਰ ਹੈ ਕਿ ਲੋਟਾ ਚੁੱਕਣ ਵਾਲੀ ਦਾ ਪੁੱਤਰ ਹੈ? ਸੂਫੀ ਸਾਹਿਬ ਗੱਲ ਸੁਣੋ, ਕੱਲ ਤੁਸੀਂ ਗਏ ਹੋ ਬਰਾੜ ਤੇ ਮੈਂ ਥੱਲੂ ਆ ਕੇ ਤੁਹਾਡੀ ਰਿਸਪੈਕਟ ਵਾਸਤੇ ਮੈਂ ਉਹਨਾਂ ਨੂੰ ਕਿਹਾ ਕਿ ਸਹੀ ਨਾ, ਤੂੰ ਕਿਦਾ ਜੋ ਪੁੱਤਰ ਬੰਦਾ ਹੈ? ਬਦਤਮੀਜ਼ੀ ਕਰੇਗਾ ਕਮ ਸੇ ਕਮ ਉਹ ਗੱਲ ਤੇ ਹਲਾਲ ਨਹੀਂ ਕਰੋ। ਇੱਕ ਮਿੰਟ ਦੱਸ ਤੇ ਕੇਲੇ ਲੈਣ ਵਾਲੀ ਦੇ ਇਹ ਹੁਣ ਦੱਸੋ ਕਾਸ਼ਫ ਸਾਹਿਬ, ਹੁਣ ਮੈਂ ਇਹਨਾਂ ਨੂੰ ਕੀ ਜਵਾਬ ਦਿਆਂ? ਤੇ ਮਸਾਜ ਕਰਨ ਵਾਲੀ ਦਾ ਬੱਚਾ। ਗੱਲ ਸੁਣੋ, ਮੈਂ ਜਮੀਲ ਸਾਹਿਬ ਨਹੀਂ ਆ, ਲੇਕਿਨ ਤੁਸੀਂ ਹਰ ਅਹਿਮਦੀ ਨੂੰ ਇੱਕ ਜਿਹਾ ਸਮਝਿਆ ਤੇ ਉਹ ਜਮੀਲ ਸਾਹਿਬ ਵੀ ਥੋੜੇ ਤੁਹਾਡੇ ਜੇ ਵੀ ਨਿਕਲ ਆਏ ਨੇ। ਮੈਂ ਤੁਹਾਨੂੰ ਅੱਗੋਂ ਕੋਈ ਨਹੀਂ ਗਲਤ ਗੱਲ ਕਹਿੰਦੇ ਅਹਿਮਦੀ ਉਹ ਜਨਾਬ ਉਹ ਵੀ ਦੱਸ ਦਿਓ। ਮੇਰੀ ਗੱਲ ਸੁਣੋ ਸੂਫੀ ਸਾਹਿਬ, ਕੱਲ ਤੁਸੀਂ ਗਏ ਹੋ ਬਰਾੜ ਤੇ ਮੈਂ ਥੱਲੂ ਆਇਆ, ਮੈਂ ਆਖਿਆ ਕਿ ਕੋਈ ਬੰਦਾ ਸੂਫੀ ਸਾਹਿਬ ਨਾਲ ਬਦਤਮੀਜ਼ੀ ਨਾ ਕਰੇ। ਇਹ ਗੱਲ ਮੈਂ ਕੀਤੀ, ਤੁਹਾਨੂੰ ਯਾਦ ਹੈ? ਅੱਛਾ ਗੱਲ ਸੁਣੋ, ਤੇ ਜਮੀਲ ਸਾਹਿਬ ਵਰਗੀ ਜ਼ੁਬਾਨ ਅਗਰ ਇਸਤੇਮਾਲ ਕਰੋਗੇ ਸਾਰੋਂ ਨੇ ਗਲਤ ਕੀਤੀ ਹੈ। ਚਲੋ ਉਹਨੇ ਗਲਤ ਕੀਤੀ, ਜਿਹੜੀ ਤੁਸੀਂ ਗੱਲ ਕੀਤੀ ਤੁਸੀਂ ਵੀ ਗਲਤ ਕੀਤੀ। ਅੱਛਾ ਚਲੋ ਠੀਕ ਹੈ ਜੀ, ਮੈਂ ਵੀ ਗਲਤ ਕੀਤੀ। ਜਿੰਜ ਦਾ ਮੂੰਹ ਉਂਝ ਦੀ ਚਪੇਟ ਸੀ ਨਾ। ਵੇਖੋ ਅੱਛੇ ਬੰਦੇ ਨਾਲ ਇੱਕ ਮਿੰਟ ਸੁਣੋ ਨਾ ਮੌਲਾ ਬਾਸ ਸਾਹਿਬ, ਅਸੀਂ ਅੱਛੇ ਕਾਦੀਆਨੀ ਦੇ ਨਾਲ ਅੱਛੇ ਆ, ਠੀਕ ਹੈ ਨਾ ਜੀ? ਤੇ ਚਲੋ ਕੋਈ ਤੁਸੀਂ 10 ਗੱਲ ਹੀ ਕੱਢ ਲਿਓ, ਮੈਂ ਤੁਹਾਨੂੰ ਅੱਗੋਂ ਜਵਾਬ ਕੋਈ ਬਾਤ ਨਹੀਂ, ਕੋਈ ਬਾਤ। ਅੱਛਾ ਜ਼ਰਾ ਮੈਂ ਇੱਕ ਨਾ ਇਹ ਗੱਲ ਪੁੱਛੀ ਸੀ ਤੇ ਉਹਦਾ ਜਵਾਬ ਮੈਨੂੰ ਦੇ ਦਿਓ ਮਿਹਰਬਾਨੀ। ਨਹੀਂ ਫਿਰ ਤੁਸੀਂ ਉਹੀ ਗੱਲ ਕਰਦੇ ਪਏ ਹੋ ਨਾ। ਨਹੀਂ ਉਹ ਇੱਕ ਮਿੰਟ ਸੁਣੋ ਵੀ ਤੇ ਸੁਣੋ। ਕੱਲ ਤੁਸੀਂ ਬਰਾੜ ਤੇ ਗਏ ਹੋ, ਮੈਂ ਸਵਾਲ ਹੀ ਨਹੀਂ ਕੀਤਾ ਯਾਰ। ਇੱਕ ਮਿੰਟ ਮੈਂ ਅਦਾ ਕੀਤਾ, ਤੁਸੀਂ ਮੇਰੇ ਨਾਲ ਉਹ ਕਿਰਦਾਰ ਅਦਾ ਕਰੋ। ਰੁਕੋ ਤੇ ਮੈਂ ਸਵਾਲ ਤੇ ਕਰ ਲਾਂ ਜਨਾਬ। ਇੱਕ ਵਾਰੀ ਮੁਫਤੀ ਮੁਬਸ਼ਰ ਵਾਲਾ ਕੰਮ ਛੱਡੋ, ਮੇਰੇ ਨਾਲ ਉਹ ਕਿਰਦਾਰ ਅਦਾ ਕਰੋ। ਉਹ ਸਾਡੀ ਜ਼ਬਾਨ ਕਹਿੰਦੇ ਨੇ ਕਿ ਕੋਈ ਬਾਜੀ ਕਿਸੇ ਪਾਈ ਹੋਈ ਹੋਵੇ ਤੇ ਉਹਨੂੰ ਉਸ ਰੰਗ 'ਚ ਪਾਈ ਦੀਏ। ਮੈਂ ਤੁਹਾਡੀ ਰਿਸਪੈਕਟ ਵਾਸਤੇ ਆਪਣੇ ਸਾਰੇ ਭਰਾਵਾਂ ਨੂੰ ਕਿਹਾ ਸੀ ਕਿ ਮੁਫਤੀ ਸਾਹਿਬ ਸਾਡੇ ਮਹਿਮਾਨ ਨੇ, ਇਹਨਾਂ ਨਾਲ ਕੋਈ ਬਦਤਮੀਜ਼ੀ ਨਾ ਕਰੇ। ਕਮ ਸੇ ਕਮ ਹੁਣ ਮੇਰੇ ਨਾਲ ਤਾਂ ਤੁਸੀਂ ਇਹ ਨਾ ਕਰੋ। ਹੁਣ ਮੇਰੇ ਸਵਾਲ ਦਾ ਵੀ ਜਵਾਬ ਦਿਓਗੇ ਕਿ ਨਹੀਂ? ਨਹੀਂ, ਤੁਸੀਂ ਸਵਾਲ ਹੀ ਗਲਤ ਕਰ ਰਹੇ ਹੋ। ਮੈਂ ਤੁਹਾਡੇ ਸਵਾਲ ਨਹੀਂ, ਮੈਂ ਤਾਂ ਸਵਾਲ ਕੀਤਾ ਹੀ ਨਹੀਂ ਤੁਹਾਡੇ ਨਾਲ। ਹੁਣ ਇਹ ਸਵਾਲ ਕਿਹੜਾ ਕਿ ਕੇਲਿਆਂ ਲਾਏ? ਇਹ ਮੁਫਤੀ ਸਾਹਿਬ ਮੇਰੀ ਗੱਲ ਮੈਂ ਨਹੀਂ ਇਹ ਸਵਾਲ ਤੁਹਾਡੇ ਨਾਲ ਕਰਦਾ ਯਾਰ। ਸਵਾਲ ਸੁਣਿਆ ਨਹੀਂ ਅਜੇ ਮੇਰੇ ਕੋਲ। ਇੱਥੇ ਮੈਂ ਕਾਫੀ ਔਰਤਾਂ ਨੂੰ ਆ ਕੇ ਸੁਣਿਆ ਖੁਦ ਆਪਣੇ ਕੰਨਾਂ ਨਾਲ। ਭਾਈ ਜੀ ਮੇਰਾ ਸਵਾਲ ਸੁਣ ਤੇ ਲਵੋ, ਮਾਈਕ ਤੇ ਮਿਊਟ ਕਰੋ, ਸਵਾਲ ਤੇ ਸੁਣ ਲਓ। ਮੇਰੀ ਗੱਲ ਪਹਿਲੇ ਸੁਣ ਲਓ। ਮੈਂ ਤੁਹਾਡੀ ਤਾਰੀਫ ਕਰਨ ਲੱਗਾ ਸਰ, ਤੁਹਾਡੀ ਗੱਲ ਸੁਣੋ। ਇਹਦਾ ਯਾਰ ਮਾਈਕ ਤੇ ਮਿਊਟ ਕਰੋ ਯਾਰ, ਕਮਾਲ ਹੋ ਗਈ। ਇੱਕ ਮੇਰੀ ਤੁਸੀਂ ਗੱਲ ਹੀ ਨਹੀਂ ਸੁਣ ਰਹੇ। ਸਵਾਲ ਤੇ ਸੁਣ ਲਓ ਪਹਿਲੇ, ਸਵਾਲ ਸੁਣੇ ਨਹੀਂ ਤੁਸੀਂ। ਇੱਥੇ ਮੈਂ ਕਾਫੀ ਔਰਤਾਂ ਨੂੰ ਸੁਣਿਆ ਜਿਹੜੀਆਂ ਕਹਿੰਦੀਆਂ ਨੇ ਅਸੀਂ ਬੱਚਿਆਂ ਨੂੰ ਸੂਫੀ ਸਾਹਿਬ। ਮੌਲਾ ਬਸ ਭਾਈ ਇੱਕ ਮਿੰਟ ਮਾਈਕ ਮਿਊਟ ਕਰਨਾ ਪਲੀਜ਼। ਤੁਸੀਂ ਅੱਛੀਆਂ ਗੱਲਾਂ ਕਰੋ। ਤੁਸੀਂ ਇੱਕ ਮਿੰਟ ਸੁਣ ਲਓ ਨਾ, ਉਸ ਤੋਂ ਬਾਅਦ ਤੁਸੀਂ ਬੋਲਣਾ। ਤੁਹਾਨੂੰ 2 ਮਿੰਟ ਪੂਰੇ ਦਵਾਂਗਾ। ਯਾਰ ਕਮਾਲ ਹੋ ਗਈ ਹੈ ਯਾਰ ਕਾਸ਼ਫ ਭਾਈ, ਤੁਸੀਂ ਵੀ ਸਵਾਲ ਤੇ ਸਾਡਾ ਕਮ ਸੁਣ ਤੇ ਲਵੋ ਕਮ ਸੇ ਕਮ। ਮੈਂ ਇਹ ਕਹਿਣਾ ਪਿਆ ਕਿ ਮਿਰਜ਼ਾ ਕਾਦੀਆਨੀ ਕਹਿੰਦਾ ਪਿਆ ਕਿ ਦੇਖੋ ਜੀ, ਜਦੋਂ ਕੋਈ ਸੇ ਖੂਬਸੂਰਤ ਕੁੜੀ ਨੂੰ ਵੇਖੋ ਨਾ ਤੇ ਆਪਣੀ ਵਾਈਫ ਦੇ ਨਾਲ ਤੁਸੀਂ ਜਾ ਕੇ ਜਿਮਾ ਕਰੋ। ਸਵਾਲ ਮਾਸੂਮਨ ਆਇਆ ਵੇ ਕਿ ਮਿਰਜ਼ੇ ਕਾਦੀਆਨੀ ਨੇ ਆਪਣੇ ਘਰ 13 ਤਕਰੀਬਨ ਹਜੇ ਤੱਕ 13 ਅਸੀਂ ਜ਼ਨਾਨੀਆਂ
ਗਨਵਾ ਛੜੀਆਂ ਨੇ। ਤੁਸੀਂ ਉਹਦੇ- ਇੱਥੇ ਮਿਰਜ਼ਾ ਸਾਹਿਬ ਬਾਈ ਦੇ ਇੱਕ ਮੇਰੀ ਮਿੰਟ ਗੱਲ ਬਾਈ, ਸੁਣੋ, ਮਾਈਕ ਵਕੀਲ ਹੋ ਇਹਨਾਂ ਦਾ ਜਾਂ ਮਿਊਟ ਨਬੀ ਕਰੋ। ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਪੈਗਾਮ ਅਪਣਾਉਣਾ ਹੈ, ਦੁਨੀਆ ਨੂੰ ਤੁਸੀਂ ਮਿਰਜ਼ਾ ਸਾਹਿਬ ਦਾ ਮਾਈਕ ਪੈਗਾਮ ਇਹਨਾਂ ਦਾ ਦੇਣਾ ਹੈ। ਮਿਊਟ ਕਰੋ, ਮੈਨੂੰ ਸਵਾਲ ਤੇ ਕਰਨ ਦਿਓ ਨਾ ਕਮ ਅਜ਼ ਕਮ। ਨਹੀਂ ਤੁਸੀਂ ਕਮ ਅਜ਼ ਕਮ ਇਸਲਾਮ ਦੀ ਤਾਲੀਮ ਤਾਂ ਸਵਾਲ ਦਿਓ ਤੇ ਕਰਨ ਲੋਕਾਂ ਦਿਓ ਨੂੰ। ਨਾ ਜੀ, ਸਵਾਲ ਤੇ ਸੁਣ ਲਓ ਪੂਰਾ। ਜਿਗਰਾ ਵੱਡਾ ਰੱਖੀਦਾ ਹੈ, ਤੁਸੀਂ ਤੁਹਾਡੀਆਂ ਮੁਫਤੀ ਹੋ, ਕਿਤਾਬਾਂ ਨੇ। ਅੱਲਾ ਦੇ ਬੰਦੇ ਹੋ, ਉਸ ਬਾਈ ਹਦੀਸ ਦੇ ਸਵਾਲ ਨਾਮ ਤੇ ਸੁਣੋ ਪੂਰੇ ਉਤਰੋ ਕਿ ਜਿਹੜੀ ਨਬੀ ਯਾਰ, ਮਾਈਕ ਤੇ ਮਿਊਟ ਕਰੋ ਯਾਰ ਇਹਨਾਂ ਦਾ। ਕਮ ਅਜ਼ ਕਮ ਸਵਾਲ ਤੇ ਸੁਣ ਲਵੋ ਤੁਸੀਂ ਉਹ ਜਨਾਬ। ਹਦੀਸ ਪੂਰੀ ਕਰ ਰਹੇ ਹੋ ਜਿਹੜੇ ਇਸ ਦੌਰ ਦੇ ਬਾਰੇ ਕਹੀਏ। ਅੱਛਾ, ਗੁਜ਼ਾਰਿਸ਼ ਹੈ ਵੇ ਕਾਦੀਆਨੀ ਸਾਹਿਬ ਕਿ ਇਹ ਮਿਰਜ਼ਾ ਜੀ ਨੇ ਫਰਮਾਇਆ ਹੈ ਕਿ ਜਦੋਂ ਉਹ ਤੁਸੀਂ ਤੁਸੀਂ ਕੁਰਾਨ ਦੀ ਗੱਲ ਕਿਉਂ ਨਹੀਂ ਕਰ रूहानी खजाइन जिल्द 19 सफ़ा 447 ये इस्लाम की तालीम का आला म्यूट नहीं नमूना लगा, है म्यूट ना कि लाओ। हर गज कसदन किसी औरत की तरफ नज़र ना उठाकर देखे और ये बदनज़री का पेशखैमा है। अगर इत्फाकन किसी खूबसूरत औरत पर नज़र पड़े तो वो खूबसूरत मालूम हो तो अपनी औरत से सोहबत करे मेरे ख्याल है और इस ख्याल को टाल दे। ਸੂਫੀ ਸਾਹਿਬ ਜਮੀਲ ਮੇਰਾ ਸਹੀ- ਸਵਾਲ ਹੈ ਸੀ ਕਿ ਨੁਸਰਤ ਸਹੀ ਜਹਾਂ ਸੀ, ਬੇਗਮ ਦੇ ਜਮੀਲ ਨਾਲ ਸਹੀ ਸੀ, ਜਮੀਲ ਦਿਹਾੜੀ ਸਹੀ 'ਚ ਸੀ, ਜਮੀਲ ਮਿਰਜ਼ਾ ਬਿਲਕੁਲ ਕਾਦੀਆਨੀ ਠੀਕ ਸਾਹਿਬ ਕਿੰਨੀ ਵਾਰੀ ਸੋਹਬਤ ਕਰਦੇ ਮੈਨੂੰ ਹੁੰਦੇ ਤੇਰੀ ਸਨ। ਪਛਤਾਵਾ ਨਹੀਂ ਮਤਲਬ ਹੈ ਵੇ ਕਿ ਉਹ ਨੁਸਰਤ ਜਹਾਂ ਬੇਗਮ ਸਾਹਿਬ ਦੇ ਸਾਹਿਬਾ ਦੇ ਨਾਲ ਕਿੰਨੀ ਵਾਰੀ ਦਿਹਾੜੀ 'ਚ ਸੋਹਬਤ ਕਰਦੇ ਹੁੰਦੇ ਸਨ ਜਿਹੜਾ ਜਮੀਲ ਕਰ- ਮਿਰਜ਼ਾ ਜੀ, ਕਿਉਂਕਿ ਉਹਨਾਂ ਨੇ ਇੰਨੀਆਂ ਬੜੀਆਂ ਤੇ ਰੱਖੀਆਂ ਸਨ ਗੈਰ ਮਹਿਰਮ ਲੜਕੀਆਂ। ਇਹ ਹੁਣ ਮੈਂ ਸਵਾਲ ਕਰ ਲਿਆ, ਹੁਣ ਜਵਾਬ ਦੇ ਦਿਓ, ਕੋਈ ਮਸਲਾ ਨਹੀਂ। ਸਰ ਮੈਂ ਕਹਿ ਰਿਹਾ ਕਿ ਫਿਰ ਇਹਦਾ ਮਤਲਬ ਮੌਲਾਵਸ ਭਾਈ ਤੁਹਾਡੇ ਕੋਲੋਂ ਵੈਸੇ ਉਮੀਦ ਨਹੀਂ ਸੀ ਯਾਰ। ਮੈਂ ਨਹੀਂ ਤੁਹਾਨੂੰ ਸਰ, ਕਾਦੀਆਨੀਆਂ ਦੇ ਮੇਰੇ ਨਾਲ ਵਿੱਚੋਂ ਗਲਤ- ਇੱਕ ਬੜਾ ਸੋਫਿਸਟੀਕੇਟਿਡ ਬੰਦਾ ਸਮਝਦਾ ਸੀ ਯਾਰ। ਸਰ ਮੇਰੀ ਗੱਲ ਸੁਣੋ। ਨਹੀਂ ਯਾਰ, ਇਹ ਵੈਸੇ ਗੱਲ ਗਲਤ ਹੈ यार। ਤੁਸੀਂ ਉਸ ਬੰਦੇ ਦੀ ਤੁਸੀਂ देखो, मैं उस्ताद मोहतरम मैं काफी देर से इनको इनवाइट कर रहा था, लेकिन जैसे ही इन्होंने जमील को देखा ना, और मुझे लगता है ये उसको खुद बुला के लाए हैं। ये मेरा ਮੈਂ ਤੁਹਾਨੂੰ ਦੱਸਾਂ ਇਮਾਨਦਾਰੀ ਦੀ ਗੱਲ ਏ, ਮੈਂ ਬਿਜ਼ੀ ਸੀ, ਮੈਂ ਹੁਣ ਬਾਹਰ ਨਿਕਲਿਆ, ਹੁਣ ਵੀ ਮੈਂ ਬਾਹਰ ਥੋੜਾ ਖਲੋਤਾ ਤੁਹਾਡੀ ਇੰਤਜ਼ਾਰ ਵਾਸਤੇ। ਮੈਂ ਜੀ ਬਾਹਰ ਨਿਕਲਿਆ, ਮੈਂ ਤੁਹਾਡੀ ਰਿਕੁਐਸਟ ਨੱਪ ਲਈਏ। ਜਦੋਂ ਤੁਸੀਂ ਮੈਨੂੰ ਰਿਕੁਐਸਟ ਪਾਈ ਹੋਈ ਸੀ ਉੱਤੇ ਆਈ ਹੋਈ ਹੋਵੇ ਤਾਂ ਪਤਾ ਹੀ ਨਹੀਂ ਚੱਲਦਾ। अच्छा चलो मौलावस भाई ਤੁਸੀਂ ਚਲੇ ਜਾਓ, ਤੁਹਾਡੀ ਮਿਹਰਬਾਨੀ ਹੈ। ਉਹ ਤੁਸੀਂ ਚੁੱਕੇ ਥੋੜੇ ਜਿਹੇ ਨਾ ਸੋਫਿਸਟੀਕੇਟਿਡ ਬੰਦੇ ਹੋ, ਇਸ ਗੱਲੋਂ ਮੈਂ ਤੁਹਾਨੂੰ ਜਜ਼ਾ ਉਹ ਆ ਰਿਹਾ ਉਸਤਾਦ ਜੀ, ਉਹ ਦੂਸਰਾ ਥੱਲੇ ਆ ਰਿਹਾ, ਇੱਕ ਹੋਰ ਆ ਰਿਹਾ ਥੱਲੇ। ਚਲੋ ਮੌਲਾਵਸ ਭਾਈ ਤੁਸੀਂ ਚਲੇ ਜਾਓ, ਤੁਸੀਂ ਸ਼ਰੀਫ ਆਦਮੀ ਹੋ, ਮੈਂ ਤੁਹਾਨੂੰ ਕੁਝ ਨਹੀਂ ਕਹਿੰਦਾ, ਤੁਹਾਨੂੰ ਰਸਤਾ ਦੇ ਰਿਹਾ, ਚਲੇ ਜਾਓ ਤੁਸੀਂ। ਜੇ ਸਾਫ਼ ਦਿਲ ਰੱਖਦੇ ਹੋ। ਨਹੀਂ ਨਹੀਂ ਕਾਸ਼ਫ ਭਾਈ ਗੱਲ ਸੁਣੋ, ਉਹ ਕਹਿ ਰਿਹਾ ਤੁਸੀਂ ਇਸਲਾਮ ਦੀ ਗੱਲ ਕਰੋ। ਉਹ ਮਿਰਜ਼ਾ ਕਾਦੀਆਨੀ ਇਸਲਾਮ ਦੀ ਗੱਲ ਹੀ ਤੇ ਕਰ ਰਿਹਾ ਕਿ ਜਦੋਂ ਤੁਸੀਂ ਇੱਕ ਨਿਗਾਹ ਦੇਖੋ ਤੇ ਤੁਸੀਂ ਉਸੇ ਵੇਲੇ ਆਪਣੀ ਬੀਵੀ ਨਾਲ ਸੋਹਬਤ ਕਰੋ। ਤੇ ਅਸੀਂ ਤੇ ਗੱਲ ਜਿਹੜੀ ਉਹ ਜਿਹੜੀ ਮਿਰਜ਼ਾ ਜਾਂ ਮੰਨਣ ਕਿ ਮਿਰਜ਼ਾ ਕਾਦੀਆਨੀ ਨੇ ਇਸਲਾਮ ਤੋਂ ਬਾਹਰ ਇਹ ਗੱਲਾਂ ਕੀਤੀਆਂ ਨੇ, ਇਹ ਜਿਹੜੀਆਂ ਇਹਨੇ ਰੰਡੀਆਂ ਰੱਖੀਆਂ ਇਸਲਾਮ ਤੋਂ ਬਾਹਰ ਰੱਖੀਆਂ ਨੇ। ਬਿਲਕੁਲ ਸਹੀ, ਬਿਲਕੁਲ। ਜਮੀਲ ਸਾਹਿਬ, ਜੇ ਹੁਣ ਤੁਸੀਂ ਕੋਈ ਗੱਲ ਹੀ ਕੱਢੀ ਜਾਂ ਬਦਤਮੀਜ਼ੀ ਕੀਤੀ ਜਾਂ ਓਵਰ ਐਕਟਿੰਗ ਕਰਨ ਦੀ ਕੋਸ਼ਿਸ਼ ਕੀਤੀ ਤੇ ਤੁਹਾਨੂੰ ਪੱਕਾ ਬਲਾਕ ਕਰ ਦੇਣਗੇ ਸਾਰੀਆਂ ਆਪਣੀਆਂ ਸਟਰੀਮਾਂ ਤੋਂ। ਫਿਰ ਤੁਸੀਂ ਥੱਲੇ ਬਹਿ ਕੇ ਨਾ ਤੁਹਾਨੂੰ ਜਿਹੜੀਆਂ ਮਿਰਚਾਂ ਲੱਗਣਗੀਆਂ ਨਾ, ਉਹਦੇ ਤੇ ਬਾਂਦਰ ਤਰ੍ਹਾਂ ਆਪਣੀ ਪੁਛਲ ਫੜ ਕੇ ਇੱਕ ਪੈਰ ਤੇ ਨੱਚਦੇ ਰਹਿਣਾ। ਸਮਝ ਆਈਏ ਨਾ, ਗੱਲ ਹੀ ਕੋਈ ਨਹੀਂ ਕਰਨੀ। ਮੈਂ ਬੜੀ ਯਾਨੀ ਬੜੇ ਮੇਰੇ ਨੂੰ ਮਨਾ ਕੀਤਾ ਜਾ ਰਿਹਾ, ਲੇਕਿਨ ਫਿਰ ਵੀ ਮੈਂ ਤੁਹਾਨੂੰ ਲੈ ਰਿਹਾ ਕਾਲ ਤੇ। ਚਲੋ ਹੁਣ ਬਦਤਮੀਜ਼ੀ ਕੋਈ ਨਹੀਂ ਕਰਨੀ, ਤਮੀਜ਼ ਨਾਲ। ਅੱਛਾ ਮੇਰੇ ਭਾਈ ਗੱਲ ਸੁਣ, ਤੂੰ ਕਿਹਾ ਕਿ ਬਾਂਦਰ ਹੋ ਗਏ, ਹੋਰ ਨਾ ਮੈਨੂੰ ਕੀ ਫਰਕ ਪੈਂਦਾ? ਜਿਹੜਾ ਬੰਦਾ ਮੈਨੂੰ ਗੱਲ ਨਹੀਂ सुनो बात। अगर मेरे साथ तमीज के साथ बात करोगे, उस्मान भाई सुनिए बात कि नहीं, अगर मेरे साथ तमीज के साथ और तहजीब के दायरे में रह के बात करोगे तो मैं तुम्हारे साथ उसी तरह बात करूँगा। अगर मेरे साथ मरासियों वाली और हरकतें और हुज्जतें और मेरे अकाबरीन के मुतल्लक़ यार यहाँ पे और मैं और बात सुन, ये यार आपकी ना आवाज बड़ी गूंज रही है। जमील साहब अपने माइक की सेटिंग थोड़ी देखें, आवाज बहुत गूंज रही है। ये देखो बात सुनो। कॉल आया है जी उस्ताद जी, क्या फरमा रहे हैं आप? इन्हें कॉल आया है पीछे शरारत कर रहे हैं। यार फिर शरारत का तो फायदा नहीं है। जमील साहब ने आपसे कुछ सीखना था। मेरे मोहतरम, मैं बिल्कुल कोई शरारत नहीं कर रहा यार, खुदा गवाह है। आप ऐसी आवाज बड़ी गूंज रही है ना। पता नहीं क्या है, मैं डबल टैप करता हूँ। नहीं डबल टैप ना करें आप, आपकी मेहरबानी, डबल टैप नहीं चाहिए। अल्लाह का वास्ता जी, हलाल रिज़्क़ कमाना।
ਚਲੋ ਫਿਰ ਕੀ ਕਰਾਂ ਕਿ ਆਖੋ ਤੁਸੀਂ ਚੁੱਪ ਕਰਕੇ ਆਰਾਮ ਨਾਲ ਮੁਹੱਬਤ ਨਾਲ ਪਿਆਰ ਨਾਲ ਉਸਤਾਦ ਮੁਹਤਰਮ ਦੇ ਸਵਾਲ ਦਾ ਜਵਾਬ ਦਿਓ। ਨਹੀਂ ਗੱਲ ਸੁਣੋ ਮੁਹਤਰਮ। ਨਹੀਂ ਦੇਖੋ ਨਾ, ਉਸਤਾਦ ਮੁਹਤਰਮ ਜਿਹੜੇ ਨੇ ਨਾ, ਮੈਂ ਕਹਿਣਾ ਕਿ ਤੁਹਾਡੇ ਉਸਤਾਦ ਮੁਹਤਰਮ ਨਾ ਮੈਨੂੰ ਆਪਣੇ ਇਸਲਾਮ ਦੀ ਦਾਵਤ ਦੇਣ ਔਰ ਮੈਂ ਸਵਾਲ ਕਰਨਾ ਉਹ ਜਵਾਬ ਦੇਣ। ਅੱਛਾ ਤੁਸੀਂ ਅਸੀਂ ਦਾਰੁਲ ਇਫਤਾ ਤਾਂ ਨਹੀਂ ਖੋਲਿਆ ਹੋਇਆ। ਦੇਖੋ ਮੈਂ ਤਾਂ ਤੁਹਾਨੂੰ ਅਹਿਮਦੀ ਨਹੀਂ ਨਾ ਕਰਨਾ ਆਇਆ, ਨਾ ਤੁਸੀਂ ਹੋਣਾ। ਮੈਂ ਗੱਲ ਹੋ ਰਹੀ ਜਨਾਬ, ਯਾਰ ਆਵਾਜ਼ ਬੜੀ ਗੂੰਜਦੀ ਪਈ, ਮੇਰੇ ਆਪਣੇ ਦਿਮਾਗ 'ਚ ਦਰਦ ਸ਼ੁਰੂ ਹੋ ਗਈ। ਅੱਛਾ ਹਾਂਜੀ ਲਾ ਦੋ ਥੱਲੇ ਹੈ ਨਹੀਂ ਯਾਰ, ਨਹੀਂ ਐਜ਼ ਅ ਮਹਿਮਾਨ ਆਏ ਨੇ ਯਾਰ, ਐਂਜ ਤਰ੍ਹਾਂ ਨਾ ਕਰੋ। ਦਿਓ ਨਾ ਉਸਤਾਦ ਜੀ ਦਾ ਜਵਾਬ ਯਾਰ। ਜਮੀਲ ਸਾਹਿਬ ਜੀ ਯਾਰ ਪਤਾ ਨਹੀਂ ਮਾਈਕ ਦੀ ਬਦਲ ਉਸਤਾਦ ਮਤਲਬ ਕੀ ਕਰੀਏ ਫਿਰ, ਹੁਕਮ ਕਰੋ उस्ताद मोहतरम। मैं हेडफोन लगाता हूँ, मे भी उसके साथ ठीक हो जाए। जस्ट वेट अ मिनट। जी सानू वेट कराइयो। जी जमील साहब जवाब देंगे। वो जी कुछ ढूंढने पता नहीं जमील साहब ਇਹ ਕਰ ਰਿਹਾ ਹੈ, 2 ਨੰਬਰੀ ਕਰ ਰਿਹਾ ਇਹਨੇ ਜਾਣ ਬੁੱਝ ਕੇ। ਇਹਨਾਂ ਨੂੰ ਪਤਾ ਹੈ ਕਿਹੜੀ ਬਰਾੜ ਤੇ ਜਾ ਕੇ ਅਸੀਂ ਕੀ ਕਰਨਾ ਹੈ, ਕਹਿੰਜ ਉਹਦੀ ਬਰਾੜ ਖਰਾਬ ਕਰਨੀ ਹੈ ਜਾ ਕੇ। ਇਹ ਹੁਣੇ ਦੂਜੀ ਬਰਾੜ ਤੇ ਜਾਏਗਾ ਨਾ, ਕੁੜੀਆਂ ਦੀ ਬਰਾੜ ਤੇ ਜਾ ਕੇ ਬਹਿੰਦਾ ਜੇ। अच्छा ਉੱਥੇ ਮੈਂ ਖੜਿਆ ਕੁੜੀਆਂ ਦੀ ਬਰਾੜ ਤੇ ਜਾ ਕੇ, ਮੈਂ ਕਿਹਾ ਤੂੰ ਤੇ ਹਾਂ ਮੈਂ ਕਿਹਾ ਤੂੰ ਤੇ ਜਮੀਲਾ ਕਾਦੀਆ ਨਹੀਂ, ਇੱਥੇ ਕੀ ਲੈਣ ਆਈ ਹੈ? ਮੈਂ ਜਾਂਜੀ ਜਨਾਬ ਇਹਨੂੰ ਫੜਿਆ ਜਨਾਬ, ਇਹ ਤਿੱਤਰ ਪਿੱਤਰ ਨੱਸ ਗਿਆ। ਨਹੀਂ ਅਸਲ ਦੇ ਵਿੱਚ ਇਹਨਾਂ ਨੂੰ ਚਸਕੇ ਪਏ ਨੇ ਉਹ ਮਿਰਜ਼ੇ ਕਾਦੀਆਨੀ ਵਾਲੇ। ਕਿਹੜੇ ਉਸਤਾਦ ਜੀ ਕਿਹੜੇ? ਮਿਰਜ਼ੇ ਕਾਦੀਆਨੀ ਵਾਲੇ। ਉਹ ਕਿਹੜੇ ਚਸਕੇ ਸਨ ਉਸਤਾਦ ਜੀ? ਉਹ ਜਿਹੜੇ ਇਸਲਾਮੀ ਕੁਰਬਾਨੀ ਦੇ ਸਫਾ 12 ਤੇ ਲਿਖੇ ਨੇ। ਉਹ ਅੱਛਾ ਉਹ ਜਿਹੜੀ ਖਿੜਕੀ ਖੁੱਲੀ ਰਹਿੰਦੀ ਸੀ। ਇਹ ਜਿਹੜਾ ਨਾ ਇਹ ਬਣਨ ਦੀ ਕੋਸ਼ਿਸ਼ ਕਰਦੇ ਹੀ ਮਸੀਹ ਮਊਦ, ਉਹ ਹੁਣ ਬਣ ਨਹੀਂ ਸਕਦਾ। ਉਹਦੇ ਆਸੇ ਭਾਈ ਜੀ ਵੀ 16 ਦਿਨ ਤੱਕ ਮੱਕਾ ਚੋਂ ਖੂਨ ਛੁਡਵਾਉਣਾ ਪੈਣਾ, ਫਿਰ ਕਿਤੇ ਜਾ ਕੇ ਬਣੇਗਾ ਮਸੀਹ ਮਊਦ, ਐਵੇਂ ਤੇ ਨਹੀਂ ਬਣੇਗਾ। ਇਹ ਰਿਪੋਰਟਰ ਆ ਗਿਆ, ਇਹਨੂੰ ਕੱਢ ਦੋ ਜਲਦੀ ਕੱਢ ਦੋ। ਰਿਪੋਰਟਰ ਆ ਗਿਆ, ਕੱਢ ਦੋ ਇਹਨੂੰ, ਉਹ ਨਹੀਂ ਕੱਢ ਦੋ ਯਾਰ ਇੰਜ ਨਾ ਕਰਿਆ ਕਰੋ ਭਾਈ, ਸਾਡੇ ਨਾਲ ਸਿੱਧੇ ਇਹਦਾ ਨਾਮ ਨੋਟ ਕਰ ਲਓ, ਇਹ ਰਿਪੋਰਟਰ ਜੇ ਬਹੁਤ ਵੱਡਾ। ਇਹ ਹੁਣ ਤੁਹਾਡੀ ਬਰਾੜ ਹੁਣ ਕੁਝ ਹੋਏਗਾ? ਕੁਝ ਨਹੀਂ ਹੋਣਾ। ਨਹੀਂ ਕੁਝ ਨਹੀਂ ਹੁੰਦਾ ਬਰਾੜ ਨੂੰ, ਐਮਬੀ ਸਰਕਾਰ ਹੈ। ਓਏ ਇੱਕ ਮਿੰਟ ਮੇਰੀ ਗੱਲ ਸੁਣ, ਇਹ ਉਹ ਜੇ ਗੱਲ ਤੇ ਸੁਣ ਬਾਈ, ਰਿਪੋਰਟ ਹੋ ਜਾਏਗੀ, ਬੰਦ ਹੋ ਜਾਏਗੀ ਬਰਾੜ, ਤੋਂ ਨਵੀਂ ਸ਼ੁਰੂ ਕਰ ਲਾਂਗੇ। ਉਸ ਤੋਂ ਬਾਅਦ ਉਸਮਾਨ ਅਲੀ ਸ਼ੁਰੂ ਹੋ ਜਾਏਗੀ। ਤੇ ਉਧਰੋਂ ਬੰਦ ਹੋਏਗੀ ਤੇ ਜਨਾਬ ਇਧਰੋਂ ਅਸਦ ਸ਼ੁਰੂ ਕਰ ਦੇਗਾ। ਇਹ ਕੰਮ ਜਾਰੀ ਰਹਿਣਾ ਹੈ ਪੁੱਤਰ, ਜਿੰਨਾ ਤੱਕ ਜਵਾਬ ਨਹੀਂ ਜੇ ਦੇਣਾ ਉਹਨਾਂ ਤੱਕ ਤੁਸੀਂ ਰਿਪੋਰਟਾਂ ਕਰੋ, ਤੇ ਭਾਵੇਂ ਜੋ ਮੂਤਰ ਕਰੋ ਤੇ ਭਾਵੇਂ ਟੱਟੀ ਕਰੋ, ਇਹ ਤੇ ਕੁਝ ਨਹੀਂ ਭਾਈ, जवाब देना ही देना है। अच्छा ये कमेंट्स में गालियां ना लिखें, ये मुसलमान साथी हमारे बिल्कुल गालियां ना लिखें। आपने गाली बिल्कुल नहीं लिखनी। एडवांस इनको उठा के बाहर फेंके जो गाली दे रहा है, बिल्कुल पक्का बैन कर दें इसको, चाहे मुसलमान हो चाहे कोई हो। हाँ भी उस्ताद जी लूं फिर। जमील साहब आपने हेडफोन लगा लिए? जमील साहब दफा मार तू है। अच्छा वो एमबी सरकार फिर कह रहा है कि मैंने चुक लो यार। उस्मान मेरी ब्रॉड बंद हो गई तो तू खोल नहीं फिर है? कोई गल नहीं होए चक। अब उस्मान तू खोल नहीं यार, मैं बुलाना है इनू। उस्मान तू खोल नहीं यार, मैं बुलाना है। आंदे जी अस्सलाम वालेकुम मुफ्ती साहब। पहली बात है कि आपने बात तमीज से करनी है, एमबी सरकार। दूसरी गाली गलौज कोई नहीं करनी। और तीसरी एक चीज मैं पूछना चाहूंगा, आप मुसलमान हैं? मैं गाली देने नहीं था। आप मुसलमान हैं? एक मिनट जी, गाली निकलवाई है। ठहर जा यार। मैं तो सिर्फ इतनी बात करने आया था कि मुफ्ती साहब की बेगम की फुद्दी बहुत लाल है, तो वो नजर हमें नसीब होगी देखनी कि नहीं? बस ये औकात थी तुम्हारी। कोई गल नहीं, फिर की होया? इसको पक्का बैन करने लगा हूं बाकी स्ट्रीमों से भी। नहीं ਲਓ ਤੁਸੀਂ ਹੋਰ ਲਓ, ਮੈਂ ਤੁਹਾਨੂੰ ਕਿਹਾ। ਇਹ ਜਿਹੜੀ ਮਿਰਜ਼ੇ ਮਸਰੂਰ ਦੇ ਨਾਲ ਬੈਠੀ ਹੈ ਨਾ, ਇਹ ਇਹਦੀ ਕੁੜੀ ਸੀ ਆ।
ਬਿਲਕੁਲ ਬਿਲਕੁਲ ਸ਼ਾਹ ਜੀ, ਸਹੀ ਪਛਾਣਿਆ ਦੀ ਕੁੜੀ ਸੀ। ਤੇ ਇਹਦੀ ਕੁੜੀ ਜਿਹੜੀ ਨੇ ਉਹਨਾਂ ਗੁੱਸਾ ਕੱਢਣ ਆਇਆ। ਉਹ ਗੁੱਸਾ ਕੱਢਣਾ ਹੈ, ਹੋਰ ਕੋਈ ਗੱਲ ਨਹੀਂ। ਚੱਲ ਕੋਈ ਗੱਲ ਨਹੀਂ, ਫੇਰ ਕੀ ਹੋਇਆ ਯਾਰ। ਨਹੀਂ, ਮੈਨੂੰ ਸਮਝ ਨਹੀਂ ਆਈ ਇਹ ਗੱਲ ਦੀ। ਲਈ ਮਿਰਜ਼ੇ ਮਸਰੂਰ ਨੇ ਤੇ ਗੁੱਸਾ ਸਾਡੇ ਤੇ। ਗੁੱਸਾ ਸਾਡੇ ਤੇ, ਫੇਰ ਕੀ ਹੋਇਆ ਯਾਰ, ਕੋਈ ਗੱਲ ਨਹੀਂ। ਅਸਲ 'ਚ ਮਜ਼ੇ ਤੇ ਲੈ ਗਿਆ ਜਨਾਬ ਮਸਰੂਰ ਇਹਨਾਂ ਦੀਆਂ ਕੁੜੀਆਂ ਦੇ। ਮੌਲਵੀ ਮੂੰਹ ਚੁੱਕ ਕੇ ਵੇਖਦੇ ਨੇ ਪਏ, ਇਹਨਾਂ ਨੂੰ ਲੱਭਦੀ ਕੋ ਨਹੀਂ। नहीं शाह जी, असल ते ओने कार्रवाई को नहीं ना पाई। लो जी मोअज़्ज़ज़ ख़वातीन व हज़रात, एक और शाहकार आ गया है रूम में, अली मुस्लिम के नाम से। जनाब तशरीफ लाएं, माइक अनम्यूट करें। काशी भाई क्या हाल है? ठीक है, मैं ठीक है जनाब, तुसी ठीक हो? अल्हम्दुलिल्लाह। वो कितनी गई थोड़ी स्पीड, अज स्लो चल रहे हो? जीटी रोड ते हो अज? जीटी रोड पे मोटरवे ते चढ़ गए तुसी, स्पीड चाड़ी हुंदी है अपनी स्ट्रीम दे उत्ते। सुनाओ ठीक हो, की करदे हो बे? ठीक हूँ भाई। अच्छा यार बताओ तो सही, ये क्या माजरा है यार? कौन सा? यार ये मिर्ज़ा जी की जो मकत से वो 16 दिन तक खून आता रहा, तो वो इस्लामी कुर्बानी के अंदर कादी यार मोहम्मद लिखता है, कहता है वो मिर्ज़े ने जो है ना वो गलत काम करवाया था, उस वजह से ही आया है। क्या माजरा है ये? नाउज़ुबिल्लाह मिन ज़ालिक। ये लौंडे पास है? हाँ हाँ, बहुत बड़ा। अल्लाह खैर। की माजरा है फिर? नहीं, ये जो गवाही दी है ये आपने कौन सी किताब का रेफरेंस दिया है उसका? काजी यार मोहम्मद ने इस्लामी कुर्बानी किताब के सफ़ा 12 के ऊपर लिखा है। ये काजी यार मोहम्मद वो ही है मिर्ज़ा कादियानी जिससे शराब के डाले मंगवाता था लाहौर से, वो जाते थे डाले। ये इसको कादियानी ओन करते हैं इस बंदे को? हाँ तो और क्या, अच्छा जी। ਉਹਨੂੰ ਗੋਦ ਚ ਚੁੱਕੇ ਕੁਛੜ ਚੁੱਕੇ, ਤੁਹਾਨੂੰ ਨਹੀਂ ਪਤਾ? नहीं, मुझे उसका नहीं पता। ਲੈ ਉਹ ਮਿਰਜ਼ਾ ਜੂਨੀਅਰ ਜੇਲ੍ਹ में ਕਹਿੰਦਾ ਹੈ ਕਾਦੀਆਨੀਆਂ को यहूद नसारा से बातर तो ना कहो ना। ਤੁਹਾਨੂੰ ਪਤਾ ਹੀ ਕੋਈ ਨਹੀਂ। सही। ਬੜੀ ਗੱਲ ਹੈ, ਔਨ ਕਰਦੇ ਨੇ ਤੇ ਉਹ ਜਨਾਬ अली मुस्लिम, एक मिनट माइक म्यूट करिए जरा। जी जी ताहिर खान साहब। अस्सलाम वालेकुम जी सारे वालेकुम सलाम। भाइयों को। जी मुफ्ती जी साहब अस्सलाम वालेकुम। वालेकुम सलाम। जी ताहिर खान साहब, बड़े मिर्जे छोटे मिर्जे के बारे च की इन्फॉर्मेशन है, तुहानू की कहना चाहते हो? मैं की कहना जी मेरा तो बड़ा मिर्जा ते बिलाना ते छोटे मिर्जे ते बिलाना ते। चलो ठीक हो गया, थल्ले बो फिर मेरे दोनों ते भाई। लाना ते। ठीक है, समझे? हाँ भी अली मुस्लिम कंटिन्यू भाई। ਕਾਸ਼ਫ ਭਾਈ ਥੋੜਾ ਸਾਨੂੰ ਦੱਸ ਵੀ ਦਿਓ ਸ਼ਾਹ ਜੀ ਨੂੰ ਵੀ ਕਿ ਅਲੀ ਮੁਸਲਮ ਜਿਹੜਾ ਹੈ ਹੁਣ ਜਨਾਬ ਉਹ ਤਾਂ ਕਹਿੰਦਾ ਹੈ ਕਿ ਜਿਹੜੇ ਕਾਜ਼ੀ ਯਾਰ ਨਾ ਉਹ ਤੇ ਮਿਰਜ਼ਾ ਕਾਦੀਆਨੀ ਵਾਸਤੇ ਮੁਹੰਮਦੀ ਬੇਗਮ ਹੀ ਬਣਦਾ ਸੀਗਾ, ਤੇ ਕਦੀ ਉਹ ਜਨਾਬ ਉਹਦੀ ਦੁਬਰ ਦੇ ਵਿੱਚ ਉਂਗਲੀ ਮਾਰ ਕੇ ਤਬਰਕ ਵੀ ਲੈਂਦਾ ਸੀਗਾ। ਉਹ ਤੇ ਉਹਨਾਂ ਕਰਦੇ ਨੇ, ਉਹ ਤੇ ਯਾਨੀ ਅੱਛਾ ਉਂਗਲ ਵੀ ਉਦੋਂ ਦਿੰਦਾ ਸੀ ਜਦੋਂ ਸਜਦੇ ਚ ਜਾਂਦਾ ਸੀ। ਹਾਂ यानी पूरी पूरी ਆ ਪੂਰੀ। ਉਹ ਕਿਤਾਬ 'ਚ ਲਿਖਿਆ ਹੈ ਕਿ ਉਹ ਬੜੀ ਤਕਲੀਫ ਦਿੰਦਾ ਹੁੰਦਾ ਸੀ ਤੇ ਜਦੋਂ ਦਿਲ ਕਰਦਾ ਉਹਦਾ ਜਿਸਮ ਟਟੋਲਣਾ ਸ਼ੁਰੂ ਕਰ ਦਿੰਦਾ ਸੀ। ਤੇ ਇਹ ਮੂਤਰਲੇ ਸ਼ਲਵਾ ਜਿਹੜਾ ਉਹਦੇ ਤੋਂ ਤੰਗ ਹੋ ਕੇ ਕਹਿੰਦਾ ਉਹ ਲਹਿਦਾ ਕਮਰੇ 'ਚ ਚਲਾ ਗਿਆ। ਅਸਲ 'ਚ ਪਲਾਨ ਇਹ ਸੀਗਾ ਕਿ ਤੂੰ ਪਿੱਛੇ ਪਿੱਛੇ ਮੇਰੇ ਆ ਜਾ। ਉਹ ਕਹਿੰਦਾ ਉੱਥੇ ਵੀ ਉਹ ਪਹੁੰਚ ਜਾਂਦਾ ਹੁੰਦਾ ਸੀ ਤੇ ਉਹਨੂੰ ਸੈਪਰੇਟ ਆਪਣੇ ਕੋਲ ਬੁਲਾਉਂਦਾ ਹੈ ਕਿ ਤੁਸੀਂ ਇੱਥੇ ਮਸਰੂਫ ਰਹੋ, ਅਸੀਂ ਇੱਥੇ ਮਸਰੂਫ ਰਹਿੰਦੇ ਹਾਂ। ਹੁਣ ਤੁਸੀਂ ਕੀ ਕਹਿੰਦੇ ਹੋ? ਇਹ ਅਲੀ ਮੁਸਲਮ ਸਾਹਿਬ ਹੈ, ਕੋਈ ਹੱਲ ਕੱਢਣਗੇ। तो मैंने क्या हल निकालना है? मुझे तो इससे कोई खैर की तवक्को नहीं है मिर्ज़ा खंदीर से। मुझे ये बताएं कि मैं ਅੱਛਾ ਮਿਰਜ਼ਾ ਖੰਦੀਰ ਤੁਸੀਂ ਛੋਟੇ ਮਿਰਜ਼ੇ ਨੂੰ ਕਿਹਾ ਕਿ ਵੱਡੇ ਨੂੰ? दो में नहीं क्या है? ਦੋਵੇਂ ਖੰਦੀਰ ਨੇ। दो में खंदीर। अच्छा मुझे ये बताएं, मैं अभी गुजर रहा था कुछ दिनों पहले आपकी लाइव से ना, तो आप पता नहीं कौन बात कर रहा था, मेरे ख्याल से काशिफ भाई आप कर रहे थे कि इसने ना खुदाई का भी दावा किया था। ਬੜੇ ਬੜੇ ਦਾਅਵੇ ਕੀਤੇ ਨੇ ਵੱਡੇ ਮਿਰਜ਼ੇ ਨੇ। ਦੁਨੀਆ ਦਾ ਕਿਹੜਾ ਦਾਅਵਾ ਇਹਨੇ ਛੱਡਿਆ ਹੋਇਆ? अच्छा हर जगह उसका रेफरेंस याद है आपको? वो है रही तो नहीं फिल्म नाम ही आइन अल्लाह व तयक्कन तो अन्ना नहीं हुआ।
ਰੈਫਰੈਂਸ ਯਾਰ ਮੈਨੂੰ ਪਟਾਰੀ ਖੋਲਣੀ ਪੈਣੀ ਹੈ, ਬੜਾ ਜ਼ਰੂਰੀ ਚਾਹੀਦਾ ਹੈ ਹਵਾਲਾ। शैतानी खजाइन में है या कोई ਮੈਂ और ਕੱਢ किताब? ਦਿੰਦਾ ਸ਼ਾਹ ਜੀ, ਮੈਂ ਦੇ ਦਿੰਦਾ। ਓਏ ਯਾਰ ਚੱਲ ਕੱਢ ਦੇ ਫਿਰ, ਮੈਨੂੰ ਫਿਰ ਜਾਣਾ ਪੈਣਾ ਯਾਰ। शैतानी खजाइन में ਮੈਨੂੰ ਉਸਤਾਦ ਜੀ ਤੁਸੀਂ ਆਰਾਮ ਕਰੋ, ਕੱਢ ਦਿੰਦਾ ਉਸਮਾਨ। ओके ओके। अली मुस्लिम एक मिनट होल्ड करें जरा। अबू अली अस्सलाम वालेकुम, कौन है आप? वालेकुम अस्सलाम वरहमतुल्लाहि वबरकातुहू। अल्लाह के बल्ले ये दोस्त है मेरे। आपके दोस्त हैं? लाहौर डेवा और लाहौर डेवा के भाई ठहरन डेवा। नहीं आपकी मर्जी, आपकी ब्रॉड है भाई। चलो भाई जी ठीक ਤੁਸੀਂ ਲਾਓ ਭਾਵੇਂ ਬੈਠਾ ਰਹਿੰਦੇ ਹੋ, ਤੁਹਾਡੇ ਨਾਲ ਮੇਰਾ ਕੰਮ ਕੋਈ ਨਹੀਂ, ਨਾ ਵਾਸਤਾ ਹੀ ਹੈ, ਠੀਕ ਹੈ। यार एडे औखे क्यों हो रहे हो? क्यों ਤੁਹਾਡਾ ਕੰਮ क्यों नहीं? ऐसी कोई गलत काम कर रहे हैं? ਨਹੀਂ ਉਹ ਤੁਸੀਂ ਕਾਲ ਤੇ ਲਿਆ ਤੇ ਮੈਂ ਆਇਆ, ਸ਼ਾਇਦ ਮੈਂ ਵੈਸੇ ਵੀ ਨਾ ਹੁੰਦਾ। अच्छा चलो थोड़ा ਜਿਹਾ ਦੱਸ ਦਿਓ, ਫਿਰ ਥੋੜਾ ਜਿਹਾ ਆ ਹੀ ਗਏ ਹੋ ਤੇ ਥੋੜਾ ਦੱਸ ਛੱਡੋ ਸਾਨੂੰ, ਸ਼ਾਇਦ ਕੋਈ ਸਿੱਖਣ ਦਾ ਮੌਕਾ ਮਿਲ ਜਾਏ ਤੁਹਾਡੇ ਕੋਲ। ਨਹੀਂ ਜੋ ਤੁਸੀਂ ਲਾਈ ਹੈ ਠੀਕ ਹੈ, ਪੋਸਟ ਲਾਈ ਹੈ ਜੀ, ਠੀਕ ਲੱਗੀ ਹੈ? ਬਿਲਕੁਲ ਠੀਕ ਹੈ। ਇਨਹਾਂ ਦੋਵਾਂ ਦੇ ਬਾਰੇ ਚ ਕੀ ਆਦੇ ਹੋ ਤੁਸੀਂ? ਅਸਾਂ ਇਹਨਾਂ ਦੋਵਾਂ ਦੇ ਬਾਰੇ ਯਾਦੇ ਆ ਭਾਵੇਂ ਇੱਕ ਰਾਫੀ ਵੀ ਪੱਕੇ, ਰਾਫੀ ਦੇ ਤੇ ਬਾਕੀ ਤੇ ਫਿਰ ਖਤਮ ਨਬੂਵਤ ਦੇ ਮੁਨਕਰ ਨੇ ਕਾਫਰ ਨੇ। ਉਹ ਠੀਕ ਹੈ, ਦੋ ਬਈ ਠੀਕ। ਇਹ ਜਿਹੜਾ Thank you, ਮਿਰਜ਼ਾ Abu Ali ਜੂਨੀਅਰ ਹੈ ਨਾ, ਬਹੁਤ ਸ਼ੁਕਰ ਜੀ। ਕਿਤਾਬੁਲ ਮਿਰਜ਼ਾ ਜੂਨੀਅਰ ਬੜਾ ਗਲਤ ਇਨਸਾਨ ਹੈ, ਲੋਕਾਂ ਦੇ ਹੈਲੋ। ਖਰਾਬ। ਇੱਕ ਮਿੰਟ ਜੀ ਉਸਤਾਦ ਜੀ, ਜੀ ਉਸਤਾਦ ਜੀ। ਸਫਾ 85 ਹੈ, ठीक है। एक मिनट ਜਿਹੜੀ ਸ਼ੈਤਾਨੀ ਖਜ਼ਾइन है, एक मिनट मैं लिख लूं। जिल्द 13 सफा 113। उस्मान भाई आपकी आवाज दूर हो गई है जरा। जिल्द कौन सी बताई? जिल्द 13 सफा 103। रूहानी खजाइन के जिल्द 13 में मल्टीपल आगे नाम भी है ना किताबों के? किताबुल बरिया। ठीक। जिल्द और पेज आपने क्या बताया? 113 सफा 103। सॉरी। अच्छा जी शाह जी ने जेड़ी इबारत पढ़ी है, आगे लिखता है कि मैंने अपने कश्फ में देखा मैं खुद खुदा हूँ, और फिर मैंने यकीन भी किया कि हाँ मैं खुदा ही हूँ, मैं वही हूँ। ਔਰ ਕਾਦੀਆਨੀਆਂ ਨੂੰ ਜਦੋਂ ਪੁੱਛੀਏ ਨਾ ਕਿ ਭਾਈ ਇਹ ਮਿਰਜ਼ੇ ਨੇ ਕਿਹਾ ਜਿਹੜਾ ਮੈਂ ਖੁਦਾ ਹੂੰ, ਔਰ ਮੈਨੂੰ ਫਿਰ ਯਕੀਨ ਵੀ ਹੋ ਗਿਆ ਕਿ ਮੈਂ ਖੁਦਾ ਹੀ ਹੂੰ, ਤੇ ਉਹ ਅੱਗੋਂ ਤਵੀਲ ਇਹ ਕਰਦੇ ਨੇ ਕਿ ਉਹ ਮਿਨੀ ਖੁਦਾ ਏ, ਵੱਡਾ ਖੁਦਾ ਤੇ ਉਹ ਹੀ ਅੱਲਾਹੁ ਅਕਬਰ। ਉਹ ਤੇਰੀ ਖੈਰ। ਅਸੀਂ ਇਹਨੂੰ ਮਿਨੀ ਖੁਦਾ, ਇਹੋ ਹੀ ਅਕੀਦਾ ਮਿਰਜ਼ਾ ਜੂਨੀਅਰ इसने वहीं से सीखा होना। अच्छा लेकिन मुझे तो फिर ये बताएं, मुझे फिर ये बताएं कि जब कादियानियों के साथ मतलब जो पहला इख्तलाफ बयान किया जाता है तो वो फिर ख़त्म नबूवत पे क्यों करते हैं? ये तो तौहीद के ऊपर हमला नहीं है सीधा सीधा। ओहो, ये रोला इन्होंने ऐसे गड़बड़ मचाई हुई है कि ये बस ना ख़त्म नबूवत ख़त्म नबूवत ख़त्म नबूवत। दुनिया की कोई चीज़ उन्होंने छोड़ी कोई नहीं, मतलब ना खुदा दावे को छोड़ा, ना खुदा के बेटे को मिर्ज़ा कादियानी खुदा का बेटे होने का भी दावा करता है, खुदा का दावा भी करता है, खुदा की बीवी होने का भी दावा करता है। फिर ये वाला जो हवाला मैंने आपको बताया है, इसके आगे पढ़ के देखें, वो कहता है इस कायनात को मैंने तख्लीक की है, जन्नत दोज़ख मैंने बनाए हैं। फिर वो कहता है मैं इसी 103 104 में ये उर्दू वाला हवाला दिया है, जो मैंने दिया है हवाला वो अरबी का है। रही तो नहीं फिल्म नामी इन अल्लाह वत यकन तो अन्ना नहीं हुआ, उसमें अरबी के अंदर वो 2-3 सफ़े आप पढ़ें मुसलसल तो आपको पता चलेगा। यार उस्मान अरबी वाला हवाला दो भाई। मैं असल में इनके खिलाफ जो है ना वो तौहीद के जो वो है ना उस्ताद मतलब मिर्जा इंजीनियर भी कहता है मैंने अल्लाह ने दाई बना के भेजे। हाँ जी हाँ जी, तौहीद के ऊपर मेरी किताब आ रही है कादियानी तौहीद, उसके अंदर मैंने गुफ्तगू की है इस मिनी गार्ड के ऊपर भी। तो इंशाल्लाह ताला बहुत जल्द ये किताब आप लोगों के हाथ में होगी इंशाल्लाह। ये बहुत ज़रूरी है, चाहिए मुझे, क्योंकि आपने तो इनकी किताबें जितने भी पढ़ी इन्होंने तौहीद के ऊपर हमले किए हैं ना, और खुदा की ज़ात के ऊपर खुदाई दावे किए हैं, वो सारे दावाजात मैंने बीच में लेके आए हूँ। हाँ जी, और किताबों के असल स्कैन आगे मैंने लगा दिए हैं। बेहतरीन काम है जी शाह जी। अच्छा 104 सफ़े के ऊपर जो शाह जी अभी बता रहे हैं ना, 103 मैंने बताया ना, उसके आगे फिर उर्दू की इबारत आगे कहता है यही 104 105 में कहता है कि नया आसमान नई ज़मीन चाहते सो मैंने पहले तो आसमान और ज़मीन को जमाली सूरत में पैदा किया, ये जिसमें कोई तरतीब और तफरीक ना थी, फिर मैंने मंशा हक़ के मुवाफ़िक़ इसकी तरतीब तफरीक की है।
کہتا ہے میں وہ دیکھتا تھا میں نہیں بنایا ہے یہ سب کچھ، پوری کائنات کو تخلیق اور میں نے اس عبارت کے آگے پیچھے کوئی بروزی شروزی تو نہیں لکھا اس نے؟ وہ کیڑے برودی شرودی دیکھے جی، برودی بھی ہو تو برودی کیا چیز ہے؟ واٹ از برودی؟ سردی ہے بروزی کیا ہے کہ دنیا کا ہر دنیا کا کفر بکتا ہے نا، بروزی کیا بروز ہے؟ یہ ہوتا ہے، بروز یہ ہوتا ہے کہ جیسے ہمارے عربی کے اندر ضمائر ہوتی ہیں، ایک ضمیر مستتر ہوتی ہے، ایک ضمیر بروزی ہوتی ہے، ٹھیک ہے، جس کو ضمیر بارز کہتے ہیں، ٹھیک ہے۔ تو علم صرف کی کتب کے اندر یہ لکھا ہوا ہے، ایک ضمیر مستتر ہوتی ہے، ایک ضمیر بارز ہوتی ہے، بارز بروز ایک چیز ہے۔ مطلب یہ کہ جیسے قرآن پاک کی آیت ہے قل هو اللہ احد، تو قل کے اندر انتا ضمیر مستتر ہے یعنی چھپی ہوئی ہے، اور ہوا ضمیر آگے جو نظر آ رہی ہے یہ بارز ہے، اس کو کہیں گے ضمیر بارز۔ اور بروزی یعنی بروز ظاہر کو کہتے ہیں، کسی چیز کا چھپا پہلے وہ چھپی ہوئی تھی اب ظاہر ہو گئی ہے۔ اگر یہ بروزی کے ڈرامے کرتے ہیں، اس کا مطلب یہ ہوتا ہے کہ حقیقی طور پہ یہ کہتا ہے کہ میں نبی بن گیا ہوں، میں بروزی طور پہ نبی بن گیا ہوں۔ مطلب کیا کہ پہلے میں چھپا ہوا تھا تو اب میں ظاہر ہو گیا ہوں۔ مطلب یہ کہ میں نے اپنی کتاب قادیانی کلمہ کے اندر اس کی ساری وضاحت کی ہے، اور تمام اپنے وہ حوالہ جات اس کے لے کے آیا ہوں۔ وہ کہتا ہے جی محمد کے 2 جنم ہوئے ہیں، ایک محمد کا جو جنم ہے مکے میں ہوا تو وہ مدینے میں مدفون ہو گئے، تو 1400 سال سے وہ مستتر تھے، چھپے ہوئے تھے، تو اب قادیان کے اندر وہی محمد دوبارہ بروز ان کا آ گیا یعنی ظاہر ہو گئے، یہ ہے بروزی نبی۔ اچھا، تو یہ تو اس کو کہتے ہیں جی استعارتاً ہم لے رہے ہیں وہ جی۔ کوئی استعارہ نہیں، ڈرامے ہیں استعارہ کیا ہوتا ہے؟ واٹ از استعارہ؟ استعارہ کی بھائی اپنی شرائط ہیں، قواعد و ضوابط ہیں، ٹھیک ہے نا، تو اور کیا چیزوں کے اوپر پورا اترتا ہے؟ ایسے ڈرامے بازی ہے، استعارہ لوگوں کو ایسے ہی بنایا ہوا ہے، پاگل بنایا ہوا ہے، ان پڑھ قوم ہے، ان کو پتہ ہی ککھ نہیں ہے، تو ہر ایک کو تو یہ پاگل جاہل سمجھ لیتے ہیں نا۔ او بھائی بڑے بڑے عالم دنیا ہے، ہاں جی، سب کو تو تم نانا جاہل سمجھ لو، تو علماء نے پھر پکڑ لیا بھائی، علماء تو عالم ہوتے ہیں نا، وہ چاہے کسی بھی مسلک کا مکتب فکر کا عالم ہے، عالم ہوتا ہے۔ یہ کھول لی ہے میں نے اس کی کتاب، کون سی؟ کتاب البریہ۔ نہیں، وہ جو حوالہ میں آ گیا ہوں یہاں، ایک منٹ، اچھا جی عربی کا بھی دے دے، چلیں آپ نکال لیں پھر۔ میں وہ نکالنے لگا ہوں نا، یہ لیں، یہ آ گیا نا، یہ حوالہ یہ آ گیا، روحانی خزائن جلد 5 ہے، صفحہ 564 ہے، آئینہ کمالات اسلام، 564 جلد 5۔ اوپر سے چوتھی لائن، وَرَأَيْتُنِي فِي الْمَنَامِ عَيْنَ اللَّهِ وَتَيَقَّنْتُ أَنَّنِي هُوَ۔ مطلب یہ کہ مرزا قادیانی کہتے ہیں منام کے اندر میں نے عین اللہ اپنے آپ کو بنے دیکھا، رأیتنی میں نے دیکھا اپنے آپ کو، فی المنامی منام کے اندر، عین اللہ عین اللہ بنے ہوئے، یہ ہے منام، اور واؤ کے بعد جناب اس کا جناب منام کی تعبیر شروع ہو رہی ہے، کہہ رہا ہے کہ بات یقین تو انہ نہیں ہوا، پھر میں نے یقین کر لیا کہ میں اللہ ہی ہوں، یہاں سے آگے ساری تعبیر اس کی آ رہی ہے، ٹھیک ہے نا، وَلَمْ يَبْقِ لِي ارادہ وَلَا خطرہ وَلَا عملہ، ہاں جی، وہ آگے یہ پڑھتے جائیے آگے جا کے وہ کیا بکواسیات کرتا ہے، ہاں جی، وہ کہتا ہے اچھا، اس کا ترجمہ بھی نہیں کیا انہوں نے، اردو کتاب میں بھی ترجمہ نہیں کیا؟ ہاں نہیں، ترجمہ ان کا نا الگ سے انہوں نے پتہ نہیں کیا، غالباً الگ سے نہیں کیا، ہاں جی کیا ہے جی شاہ جی، اس کا بھی کیا، آئینہ کمالات اسلام کا ترجمہ پورا پڑا ہوا ہے ان کی ویب سائٹ پہ۔ اچھا، وہ ابھی آیا ہوگا، پھر میرے علم میں نہیں ہے۔ اچھا، کیونکہ میں تو ان کے اردو والے سیکشن میں گیا ہوں، اور وہاں سے اردو کی جو ساری نہیں انہوں نے نا کچھ عربی کتابوں کے نا مرزے کی وہ ترجمے کیے ہیں، تو پہلے تو مرزا قادیانی عربی لکھ کے پھنس گیا،
ऊपर से इन्होंने जो तर्जमे किए हैं तो अब तर्जमे लिख के फंस गए हैं। मतलब ये कि मिर्ज़ा कादियानी ने पीर मेहर अली शाह रहमतुल्लाह अलैह से मुकाबला करने में भाग गया था, तो घर में बैठ के सूरह फातिहा की इसने तफसीर लिखी अरबी के अंदर, और कहने लगा कि जिसकी अरबी तफसीर अच्छी होगी वो सच्चा हो जाएगा। इसने फिर जनाब भेजी है वहाँ मिस्र रशीद रज़ा के पास। रशीद रज़ा जो है वो मिस्र का जामिया अज़हर का वो फ़न हाँ किस्म का अदीब आदमी था, रिसाला अल मीनार का एडिटर। तो उसका एक नाम बजता था पूरी दुनिया के अंदर, भाई अरबी उसकी बड़ी अच्छी है। जब उसने इसकी वो इजाज़ुल मसीह उसने नाम रखा ना, इजाज़ुल मसीह को देखा तो उसने कहा कि ये तो अगलात का मजमू है, तो किस उल्लू के पट्टे ने ये किताब लिखी है। तो मिर्ज़ा कादियानी को चूपेड़े लग गए। तो वो किताब आप उठा के देख लें, वो आपको खुद पता चल जाएगा। एक हमारा जो दर्जा उल्ला का एक तालिब इल्म होता है जो सर्फ़ व नहव का, वो उसके इब्तदाई सफ़े के अंदर से अगलात आपको निकाल के दिखा देगा कि भाई सर्फ़ी नहवी तौर पे ये इबारतें गलत हैं। तो ये तो इसकी अरबी का था नमूना। तो अब इन्होंने जो तर्जमे किए हैं, तर्जमों के अंदर वो खराफात की हैं अल अमान वाला फीस। ना अरबी ठीक, ना उर्दू ठीक, ना तर्जमा ठीक, कुछ भी ठीक नहीं है। ये तो इनके मामला है। बंदा जाए तो जाए किथे। जब इनको पूछो तो गालियां निकाल के साइड पे हो जाते हैं, बस अल्लाह अल्लाह तो खैर सल्ला। जी उस काशिफ ब्राड आगे बढ़ाइए भाई। जी उस्ताद मोहतरम, मेरा वैसे ये मशवरा है कि अब चूंकि टाइम हो गया है, 6 मिनट रह गई, हाँ इसको एंड करते हैं और उस्मान भाई वाली पे चलते हैं। जी ठीक हो गया जी, ठीक हो गया। ठीक है जनाब। तो तमाम आने वाले ख्वातीन और हज़रात का बहुत बहुत शुक्रिया। असद गुज्जर और जट भाई से आखिरी इनके आज की स्ट्रीम के मुतालिक जो है वो, बल्कि अबू हसन भाई से भी अगर आप कुछ कहना चाहें आज की स्ट्रीम के मुतालिक। असद भाई आप पहले कह दें। नहीं स्ट्रीम हो गई है, तुझे चलो उधर उस्मान दी बरात जाने हैं।